ਤੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਹਿਮਾਚਲ ਦੇ ਵਿੱਚ ਸਿੱਖ ਨੌਜਵਾਨਾਂ ਦੇ ਚਲਾਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਐਸਜੀਪੀਸੀ ਨੇ ਹਿਮਾਚਲ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ। ਵਾਹਨਾਂ ਤੋਂ ਨਿਸ਼ਾਨ ਸਾਹਿਬ ਉਤਾਰਨ ਤੇ ਇਤਰਾਜ਼ ਜਤਾਇਆ ਹੈ। ਐਸਜੀਪੀਸੀ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਵਾਹਨਾਂ ਤੋਂ ਨਿਸ਼ਾਨ ਸਾਹਿਬ ਉਤਾਰਨ ਤੇ ਇਤਰਾਜ਼ ਜਤਾਇਆ ਹੈ। ਕਿਹਾ ਕਿ ਭਿੰਡਰਾਂ ਵਾਲੇ ਸਾਡੇ ਕੌਮੀ ਸ਼ਹੀਦ ਨੇ। ਭਿੰਡਰਾਂ ਵਾਲੇ ਦੀ ਤਸਵੀਰ ਉਤਾਰਨ ਤੇ ਵੀ ਇਤਰਾਜ਼ ਜਤਾਇਆ ਹੈ ਤੇ ਕਿਹਾ ਹੈ ਕਿ ਜਰਨੈਲ ਸਿੰਘ ਭਿੰਡਰਾਂ ਵਾਲੇ ਸਾਡੇ ਕੌਮੀ ਸ਼ਹੀਦ ਨੇ। ਉਹਨਾਂ ਦੀਆਂ ਤਸਵੀਰਾਂ ਤੇ ਕਿੰਤੂ ਕਰਨਾ ਜਾਇਜ਼ ਨਹੀਂ। ਇਹ ਵੀ ਕਿਹਾ ਕਿ ਸਿੱਖ ਭਾਵਨਾਵਾਂ ਵਿਰੁੱਧ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਦੇ ਵੱਲੋਂ ਸੀਐਮ ਸਿੱਖ ਆਗੂ ਦੇ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ ਕਰ ਰਹੇ ਨੇ। ਐਸਜੀਪੀਸੀ ਦਾ ਕਹਿਣਾ ਹੈ ਐਸਜੀਪੀਸੀ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ। ਦਰਅਸਲ ਹਿਮਾਚਲ ਦੇ ਵਿੱਚ ਕੁਝ ਪੰਜਾਬੀਆਂ ਦੇ ਚਲਾਨ ਕੀਤੇ ਗਏ ਸਨ ਜਿਨ੍ਹਾਂ ਨੇ ਬਾਈਕ ਤੇ ਭਿੰਡਰਾਂ ਵਾਲੇ ਦੀ ਤਸਵੀਰ ਲਗਾਈ ਹੋਈ ਸੀ। ਹਿਮਾਚਲ ਦੇ ਮੁੱਖ ਮੰਤਰੀ ਨੇ ਆਪਣੀ ਪੁਲਿਸ ਦੀ ਕਾਰਵਾਈ ਨੂੰ ਬਿਲਕੁਲ ਦਰੁਸਤ ਆਖਿਆ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਐਸਜੀਪੀਸੀ ਨੇ ਚਿੱਠੀ ਲਿਖੀ ਹੈ। ਇਹ ਵੀ ਕਿਹਾ ਕਿ ਹਿਮਾਚਲ ਦੇ ਮੁੱਖ ਮੰਤਰੀ ਸਿੱਖ ਆਗੂ ਦੇ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ ਕਰ ਰਹੇ ਨੇ। ਇਹ ਵੀ ਕਿਹਾ ਕਿ ਜਰਨੈਲ ਸਿੰਘ ਭਿੰਡਰਾਂ ਵਾਲੇ ਸਾਡੇ ਕੌਮੀ ਸ਼ਹੀਦ ਨੇ। ਉਹਨਾਂ ਦੀਆਂ ਤਸਵੀਰਾਂ ਤੇ ਕਿੰਤੂ ਕਰਨਾ ਜਾਇਜ਼ ਨਹੀਂ। ਹਿਮਾਚਲ ਦੇ ਵਿੱਚ ਅਸੀਂ ਤਸਵੀਰਾਂ ਵਿਖਾ ਰਹੇ ਹਾਂ। ਹਿਮਾਚਲ ਦੇ ਵਿੱਚ ਸਿੱਖ ਨੌਜਵਾਨਾਂ ਦੀਆਂ ਬਾਈਕਸ ਤੇ ਨਿਸ਼ਾਨ ਸਾਹਿਬ ਉਤਾਰਨ ਦਾ ਇਹ ਪੂਰਾ ਮਾਮਲਾ ਹੈ। ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਸਫਾਈ ਆਈ ਸੀ ਕਿ ਕੋਈ ਨਿਰਾਦਰ ਨਹੀਂ ਕੀਤਾ ਗਿਆ, ਲੇਕਿਨ ਹੁਣ ਐਸਜੀਪੀਸੀ ਨੇ ਚਿੱਠੀ ਲਿਖੀ ਹੈ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ, ਹਿਮਾਚਲ ਦੇ ਮੁੱਖ ਮੰਤਰੀ ਨੂੰ, ਤੇ ਲਿਖਿਆ ਹੈ ਕਿ ਜਰਨੈਲ ਸਿੰਘ ਭਿੰਡਰਾਂ ਵਾਲੇ ਸਾਡੇ ਕੌਮੀ ਸ਼ਹੀਦ ਨੇ। ਉਹਨਾਂ ਦੀ ਤਸਵੀਰ ਤੇ ਕਿੰਤੂ ਕਰਨਾ ਜਾਇਜ਼ ਨਹੀਂ। ਨਿਸ਼ਾਨ ਸਾਹਿਬ ਉਤਾਰਨ ਨੂੰ ਲੈ ਕੇ ਵੀ ਮਸਲਾ ਭਖਦਾ ਜਾ ਰਿਹਾ ਹੈ। ਤੇ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ठाकुर ने इस पूरे मसले ते की कुछ किया है वो भी तुहानू सुणाउंदे हैं। इस तरह की वो जानकारी हमको प्राप्त हुई और उस पर हमने पंजाब गवर्नमेंट के साथ बातचीत की है। मैंने चीफ सेक्रेटरी को तुरंत बोला था। चीफ सेक्रेटरी पंजाब के साथ बातचीत हुई है और आगे से इस प्रकार की घटना नहीं होगी ऐसा उन्होंने आश्वस्त किया है। और बहुत ही अनफॉर्चुनेट जिस प्रकार से वो सारी चीज़ों को वहाँ पर वो कर रहे थे और उस पर मैं ज़्यादा वो अभी उचित नहीं बोलना समझ रहा हूँ। हमने सारी डिटेल्स उसकी मांगी है कि शुरुआत कहाँ से हुई थी, किस वजह से हुई थी और ऐसी करने की वजह क्या बनी इतनी ज़्यादा। तो ऐसे में क्योंकि वहाँ पंजाब के जो टूरिस्ट जो हिमाचल प्रदेश में आए थे कुछ झंडे लगा करके अपनी गाड़ी में घूम रहे थे और जिसमें ये पाया गया है कि वो झंडे जो लगाए निशान साहब के प्रति हमारा पूरा सम्मान है, लेकिन जिस प्रकार से उसमें कुछ और चीज़ों का उसमें जिक्र हुआ है वो चिंता का विषय है और उन चीज़ों की इजाज़त नहीं दी जा सकती। अब भिंडरा वाले का चित्र होना और उसके साथ में कुछ और चीज़ों का भी जिक्र होना उसमें वो दुर्भाग्यपूर्ण है। मैं समझता हूँ कि इस सारे मामले को पंजाब सरकार के साथ जिस तर्ज पर उठाने की ज़रूरत थी हमने उठाया है। ਤੇ ਇਸ ਪੂਰੇ ਮਸਲੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਐਸਜੀਪੀਸੀ ਮੈਂਬਰ ਦਲਜੀਤ ਸਿੰਘ ਭਿੰਡਰ ਜੁੜੇ ਨੇ। ਭਿੰਡਰ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਤੁਸੀਂ ਇਸ ਪੂਰੇ ਮਸਲੇ ਤੇ ਕੀ ਕਹਿਣਾ ਚਾਹੋਗੇ? ਜੋ ਮਸਲਾ ਹਿਮਾਚਲ ਦੇ ਵਿੱਚ ਉੱਠਿਆ ਹੈ, ਤੁਸੀਂ ਮੁੱਖ ਮੰਤਰੀ ਨੂੰ ਵੀ ਬੋਲਦੇ ਸੁਣਿਆ। ਹਿਮਾਚਲ ਦੇ ਮੁੱਖ ਮੰਤਰੀ ਗੱਲਬਾਤ ਕਰ ਰਹੇ ਸਨ ਕਿ ਨਿਸ਼ਾਨ ਸਾਹਿਬ ਤੇ ਕੋਈ ਆਪੱਤੀ ਨਹੀਂ, ਲੇਕਿਨ ਜੋ ਭਿੰਡਰਾਂ ਵਾਲੇ ਦੀ ਤਸਵੀਰ ਲਗਾਈ ਗਈ ਜਾਂ ਕੁਝ ਹੋਰ ਸਮੱਗਰੀ ਸੀ ਉਸ ਨੂੰ ਲੈ ਕੇ ਕਿੰਤੂ ਪਰੰਤੂ ਜ਼ਰੂਰ ਕੀਤਾ ਗਿਆ ਕਿ ਉਹ ਉਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਜੀ, ਮੈਂ ਤੁਹਾਡੇ ਚੈਨਲ ਰਾਹੀਂ ਸਾਰੇ ਤੁਹਾਡੇ ਦੇਖ ਰਹੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਜੀ ਵੀ ਪਿਛਲੇ ਦਿਨੀ ਜਦੋਂ ਮੰਡੀ ਜ਼ਿਲ੍ਹੇ ਦੇ ਵਿੱਚ ਤੇ ਕੁੱਲੂ ਜ਼ਿਲ੍ਹੇ ਦੇ ਵਿੱਚ ਨਿਸ਼ਾਨ ਸਾਹਿਬ ਜਿਹੜੇ ਮੋਟਰਸਾਈਕਲਾਂ ਤੇ ਲਾ ਕੇ ਲੋਕ ਜਾਂਦੇ ਆ ਉਹ ਉਤਾਰੇ ਗਏ। ਉਹਨਾਂ ਦੇ ਨਾਲ ਨਾਲ ਸੰਤ ਜਰਨੈਲ ਸਿੰਘ ਦੀਆਂ ਫੋਟੋਆਂ ਵੀ ਕਈ ਲੋਕ ਮੋਟਰਸਾਈਕਲਾਂ ਦੇ ਉੱਤੇ ਲਾ ਕੇ ਚਲੇ ਜਾਂਦੇ ਆ ਜੀ, ਉਹ ਵੀ ਉਤਾਰੀਆਂ ਗਈਆਂ ਤੇ ਲੋਕ ਕਹਿੰਦੇ ਆ ਵੀ ਇਹ ਇੱਕ ਅੱਤਵਾਦੀ ਹੈ, ਖਾੜਕੂ ਹੈ। ਪਰ ਜਦੋਂ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਉੱਤੇ ਹਾਲੇ ਤੱਕ ਹਿੰਦੁਸਤਾਨ ਦੇ ਉੱਤੇ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਵੀ ਕੋਈ ਵੀ FIR ਦਰਜ ਨਹੀਂ ਹੋਈ। ਕਿਸੇ ਵੀ ਕੋਰਟ ਨੇ ਉਹਨਾਂ ਨੂੰ ਅੱਤਵਾਦੀ ਜਾਂ ਵੱਖਵਾਦੀ ਨਹੀਂ ਐਲਾਨਿਆ। ਤੇ ਨਿਸ਼ਾਨ ਸਾਹਿਬ ਸਾਡਾ ਕੌਮੀ ਨਿਸ਼ਾਨ ਹੈ। ਹਰ ਕੌਮ ਦਾ ਆਪਣਾ ਵੱਖਰਾ ਇੱਕ ਨਿਸ਼ਾਨ ਹੈ ਤੇ ਸਾਨੂੰ ਕਿਸੇ ਦੇ ਨਿਸ਼ਾਨ ਦੇ ਉੱਤੇ ਕੋਈ ਜਿਹੜੀ ਕਿੰਤੂ ਪਰੰਤੂ ਅਸੀਂ ਨਹੀਂ ਕਰਦੇ ਤੇ ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਕੋਈ ਸਾਡੇ ਨਿਸ਼ਾਨ ਸਾਹਿਬ ਵੱਲ ਉਂਗਲ ਕਰਕੇ ਝਾਕੇ ਜੀ। ਅਸੀਂ ਇਸ ਸੰਬੰਧੀ ਹਿਮਾਚਲ ਸਰਕਾਰ ਨਾਲ ਸਾਰੇ ਪੁਲਿਸ ਦੇ ਆਲਾ ਅਫਸਰਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਵੀ ਹੁਣ ਇਹ ਕਹਿਣਾ ਸ਼ੁਰੂ ਕੀਤਾ ਵੀ ਨਿਸ਼ਾਨ ਸਾਹਿਬ ਦਾ ਅਸੀਂ ਸਨਮਾਨ ਕਰਦੇ ਹਾਂ ਜੀ। ਸਾਰੇ ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਦਾ ਵੀ ਪਿਛਲੇ ਸਮੇਂ 'ਚ ਜਦੋਂ ਅਮਰੀਕਾ 'ਚ ਸਾਈਕਲੋਨ ਆਇਆ ਸੀ
ਉਦੋਂ ਅਮਰੀਕਾ ਦੇ ਰਾਸ਼ਟਰਪਤੀ ਨੇ ਵੀ ਕਿਹਾ ਸੀ ਵੀ ਘਬਰਾਉਣ ਦੀ ਲੋੜ ਨਹੀਂ, ਦੇਖੋ ਤੁਹਾਡੇ ਆਲੇ ਦੁਆਲੇ ਕਿੱਥੇ ਨਿਸ਼ਾਨ ਸਾਹਿਬ ਲੱਗੇ ਆ। ਹੁਣ ਆ ਰੂਸ ਤੇ ਯੂਕਰੇਨ ਦੀ ਲੜਾਈ ਚੱਲਦੀ ਹੈ ਤੇ ਹੁਣ ਵੀ ਜਿੰਨੀਆਂ ਉੱਥੇ ਲੋਕ ਨੇ ਉਹ ਸਾਰੇ ਲੱਭਦੇ ਆ ਵੀ ਬਾਬੇ ਨਾਨਕ ਦਾ ਨਿਸ਼ਾਨ ਸਾਹਿਬ ਕਿੱਥੇ ਹੈ, ਸਾਨੂੰ ਰਹਿਣ ਲਈ, ਖਾਣ ਲਈ, ਸੌਣ ਲਈ ਸਭ ਕੁਝ ਮਿਲੇਗਾ। ਮੈਂ ਸਮਝਦਾ ਵੀ ਸਰਕਾਰ ਨੂੰ ਇਸ ਦੇ ਵਿੱਚ ਇਨੀਸ਼ੀਏਟਿਵ ਲੈਣਾ ਚਾਹੀਦਾ ਤੇ ਆਪਣੇ ਅਫਸਰਾਂ ਨੂੰ ਹਦਾਇਤ ਕਰਨੀ ਚਾਹੀਦੀ ਹੈ ਵੀ ਨਿਸ਼ਾਨ ਸਾਹਿਬ ਦਾ ਤੇ ਦੂਜੇ ਸਾਰੇ ਧਰਮਾਂ ਦੇ ਨਿਸ਼ਾਨਾਂ ਦਾ ਮਾਣ ਤੇ ਸਤਿਕਾਰ ਜਿਹੜਾ ਉਹ ਬਰਕਰਾਰ ਰੱਖਣਾ ਚਾਹੀਦਾ। ਜੀ ਦਲਜੀਤ ਸਿੰਘ जी जुड़े रहना साडे नाल हिमाचल तो ही बीजेपी आगू गणेश दत्त भी जुड़े ने। गणेश दत्त जी स्वागत है न्यूज़ 18 पंजाब पे। आप क्या कहना चाहेंगे इस पूरे मसले पर? एसजीपीसी ने कहा है कि भिंडरा वाले कौमी शहीद हैं और उनकी तस्वीर पर एतराज नहीं किया जा सकता। निशान साहब को लेकर भी दलजीत सिंह भिंडर हमारे साथ जुड़े हुए हैं, उनका अनादर भी नहीं किया जा सकता, ये वो कह रहे हैं। वास्तव में जो ये लोग बात कर रहे हैं उसमें जो सिख समुदाय है, सिख गुरुओं का है और निशान साहब का हम सभी लोग मान सम्मान और आदर करते हैं। लेकिन आपने सब लोगों ने देखा है कि जिस प्रकार से पंजाब के अंदर भिंडरावाला के समय में जो आतंकवाद वहाँ रहा, निर्दोष लोगों की वहाँ हत्याएं होती रही और पैसेंजरों को उतार उतार के बसों से, गाड़ियों में उनकी हत्या कर दी गई, उससे लेकर के एक जो एक पृथकतावाद, एक अलगावाद जो है ना पैदा हुआ है, उसका सारे देश ने ही निंदा की है। और हम आज जो मुख्यमंत्री जी ने परसों ये कहा था कि जो भिंडरावाला के जो झंडे लगा करके कोई आएंगे तो उन पर हम कार्रवाई निश्चित तौर पर करेंगे, अगर निशान साहब वाले झंडे होंगे तो हम उनका सम्मान करेंगे। तो इसमें मुझे लगता है कि कोई विवाद वाला विषय नहीं है। और जो एसजीपीसी वाले हैं वो तो हमारे माननीय हैं, सम्मानीय हैं, लेकिन जिस प्रकार से आज पंजाब में एक हम लोगों ने कल परसों भी एक काफी एक मैसेज भेजा था कि जो पन्नू है, जो जो एक विदेश में रह करके इस देश में एक उग्रवाद को पैदा करने के लिए समय समय पर इस तरह की बातें करते हैं, तो उन्होंने एक मैसेज दिया है आप गवर्नमेंट को कि जो हम लोगों ने आपको फंडिंग की है और आपको हमने जिताया है तो हमारे उसका पूरा ध्यान रखना चाहिए और खालिस्तान का पूरा ध्यान रखना चाहिए। ये उन लोगों ने उसमें हम लोगों ने पढ़ा भी है और देखा भी है। तो पंजाब के जो बुद्धिजीवी लोग हैं, पंजाब के जो समझदार लोग हैं, उनको कहीं पर भी कोई ऐसी बात नहीं करनी चाहिए जिससे कि एक शांति प्रिय पंजाब में दोबारा से एक विवाद और एक आतंकवाद जैसी या फिर एक सेपरेटिज्म जो है ना, अलगाववाद की कहीं से बो आती हो, ऐसे तत्वों का समर्थन नहीं करना चाहिए, मुझे ऐसा कहना है। दलजीत सिंह भिंडर साडे नाल जुड़े हुए ने। भिंडर जी की कहना चाहोगे जो भी हिमाचल दे जो आगू ने गणेश दत्त जी वो कह रहे ने कि एक सैपरेटिज्म ਦੀ ਜਿਹੜੀ ਗੱਲ ਹੈ ਉਹ ਉੱਠਦੀ ਹੈ ਤੇ ਇਹਨਾਂ ਤਸਵੀਰਾਂ ਨੂੰ ਕਿਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਹ ਉਹ ਕਹਿ ਰਹੇ ਨੇ ਕਿ ਪਿੰਡਰਾਂ ਵਾਲੇ ਦੀ ਜੇ ਤਸਵੀਰ ਹੋਏਗੀ ਤਾਂ ਮੁੱਖ ਮੰਤਰੀ ਨੇ ਕਿਹਾ ਹੈ ਕਾਰਵਾਈ ਹੋਏਗੀ। ਗਣੇਸ਼ ਜੀ ਜੋ ਕਹਿ ਰਹੇ ਨੇ ਬੜੇ ਸੂਝਵਾਨ ਲੀਡਰ ਨੇ, ਸ਼ਾਇਦ ਉਹਨਾਂ ਦੇ ਅਨੁਸਾਰ ਸਾਰਾ ਕੁਝ ਠੀਕ ਹੋਵੇ ਤੇ ਸਾਡੇ ਵਿੱਚ ਵੱਖਵਾਦ ਦੀ ਕਿਤੇ ਕੋਈ ਗੱਲ ਨਹੀਂ ਜੀ। ਅਸੀਂ ਇੱਥੇ 9 ਮਾਸ ਦੇ ਰਿਸ਼ਤੇ ਵਾਂਗੂ ਸਦੀਆਂ ਤੋਂ ਰਹਿੰਦੇ ਆ, ਸਾਡਾ ਆਪਸ ਦੇ ਵਿੱਚ ਬਹੁਤ ਪਿਆਰ ਹੈ। ਪਰ ਜੇ ਕੋਈ ਨਿਸ਼ਾਨ ਸਾਹਿਬ ਦੇ ਉੱਤੇ ਕਿੰਤੂ ਪਰੰਤੂ ਕਰਦਾ ਹੈ, ਸਾਡੇ ਕੌਮੀ ਸ਼ਹੀਦਾਂ ਦੇ ਉੱਤੇ ਕਿੰਤੂ ਪਰੰਤੂ ਕਰਦਾ, ਇਹ ਵਧੀਆ ਗੱਲ ਨਹੀਂ ਹੈਗੀ। ਇੱਥੇ ਦਲਜੀਤ ਸਿੰਘ ਜੀ ਕੀ ਇਸ ਤੋਂ ਪਹਿਲਾਂ ਵੀ ਇਹ ਕਦੇ ਮਾਮਲਾ ਉੱਠਿਆ ਜੀ? ਇੱਕ ਬੇਨਤੀ ਸੁਣੋ, ਮੈਂ ਮੇਲਾ ਕਮੇਟੀ ਦਾ ਮੈਂਬਰ ਵੀ ਹਾਂ। ਜਦੋਂ ਨੈਣਾ ਦੇਵੀ ਦੇ ਮਾਤਾ ਤੇ ਇੱਧਰ ਚਿੰਤਪੁਰਨੀ ਮਾਤਾ ਦੇ ਮੇਲਾ ਲੱਗਦਾ ਹੈ, 3 ਵਾਰੀ ਸਾਲ 'ਚ ਮੇਲੇ ਲੱਗਦੇ ਆ, ਸਾਰੀ ਸੰਗਤ ਵਾਇਆ ਆਨੰਦਪੁਰ ਸਾਹਿਬ ਹੋ ਕੇ ਜਾਂਦੀ ਹੈ ਔਰ ਅਸੀਂ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਮੈਂ ਮੇਲਾ ਮੈਂਬਰ ਹੋਣ ਦੇ ਨਾਤੇ ਅਸੀਂ ਉੱਥੇ ਵੱਖਰਾ ਪ੍ਰਬੰਧ ਸਾਰਾ ਕਰਦੇ ਹਾਂ ਵੀ ਮੇਲੇ ਦੇ ਉੱਤੇ ਇੰਨੀ ਸੰਗਤ ਨੇ ਮਾਤਾ ਨੈਣਾ ਦੇਵੀ ਦੇ, ਇੰਨੀ ਸੰਗਤ ਨੇ ਮਾਤਾ ਚਿੰਤਪੁਰਨੀ ਦੇ ਜਾਣਾ, ਅਸੀਂ ਉਹਨਾਂ ਦੇ ਰਹਿਣ ਸਹਿਣ ਦਾ, ਖਾਣ ਪੀਣ ਦਾ, ਬਕਾਇਦਾ ਇੱਥੇ ਸਾਰਾ ਪ੍ਰਬੰਧ ਅਸੀਂ ਮੇਲਾ ਕਮੇਟੀ ਵੱਲੋਂ ਕੀਤਾ ਜਾਂਦਾ ਹੈ। ਸਾਡੇ 'ਚ ਵੱਖਰਾਵਾਦ ਕਿੱਥੋਂ ਆ ਗਿਆ ਜੀ? ਨੈਣਾ ਦੇਵੀ ਮਾਤਾ ਦੇ ਪਿੱਛੇ ਤੁਹਾਨੂੰ ਯਾਦ ਹੋਵੇ 10 ਸਾਲ ਹੋ ਗਏ, ਭਗਦੜ ਮਚ ਗਈ, ਬਹੁਤ ਸਾਰੇ ਸ਼ਰਧਾਲੂਆਂ ਦੀ ਮੌਤ ਹੋ ਗਈ। ਅਸੀਂ ਸ਼੍ਰੋਮਣੀ ਕਮੇਟੀ ਨੇ ਤੇ ਕਾਰ ਸਭਾ ਨੇ ਆਪਣੀਆਂ ਗੱਡੀਆਂ 'ਚ ਪਾ ਕੇ ਉਹਨਾਂ ਦੀਆਂ ਲਾਸ਼ਾਂ ਸਤਿਕਾਰ ਸਹਿਤ ਘਰੋਂ ਘਰੀ ਪਹੁੰਚਾਈਆਂ। ਸਾਡੇ 'ਚ ਵੱਖਵਾਦ ਕਿੱਥੋਂ ਆ ਗਿਆ? ਕਰੋਨਾ ਚੱਲਿਆ, ਇਸ ਤੋਂ ਪਹਿਲਾਂ ਵੀ ਕਦੇ ਇਹ ਮਾਮਲਾ ਉੱਠਿਆ ਹੈ ਜੋ ਤਸਵੀਰਾਂ ਦਾ ਮਸਲਾ ਜੋ ਹੁਣ ਉੱਠਿਆ?
ਹਿਮਾਚਲ ਬਹੁਤ ਸ਼ਾਂਤਪ੍ਰਿय ਜੀ। ਪ੍ਰਦੇਸ਼ ਹੈ। ਇਹਦੇ ਵਿੱਚ ਕਦੇ ਕੋਈ ਐਸਾ ਮਸਲਾ ਪਹਿਲਾਂ ਨਹੀਂ ਉੱਠਿਆ। ਇਹ ਪਤਾ ਨਹੀਂ ਕਿਸੇ ਕਿਵੇਂ ਕਿੱਥੋਂ ਇਹ ਮਸਲਾ ਸ਼ੁਰੂ ਹੋਇਆ ਹੈ, ਕਿੱਧਰ ਨੂੰ ਤੁਰ ਪਿਆ, ਇਸ ਗੱਲ ਦੀ ਕੋਈ ਇੰਨੀ ਗੱਲ नहीं समझ नहीं आई। गणेश दत्त जी, क्या कहना चाहेंगे आप इस पूरी बातचीत पर? पूरी बातचीत में जैसे मैंने पहले ही कहा कि हम तो सिख गुरुओं के जो है ना अनुयायी हैं, उनके पूजक हैं, और जी। जो उनका बलिदान है हम उनको कभी भूल नहीं सकते। जो निशान साहब हमारा पवित्र एक ध्वज है, उसका सम्मान हमेशा हमारा हृदय में बना रहता है। हम सिख गुरुओं की कभी भी एक उनके बारे में कभी भी ऐसे शब्द का इस्तेमाल नहीं कर सकते जिससे जी। पूरे समाज को उसका भुगतना पड़ा। लेकिन जिस प्रकार से मैंने कहा कि कुछ अलगाववादी तत्व जो है आज पंजाब में कुछ इस तरह से एक विषय खड़ा करने का प्रयास कर रहे हैं, उस विषय को स्वीकार नहीं करना चाहिए। और मुझे लगता है कि एसजीपीसी वाले भी उस बात को थोड़ा कंडेम करें। वो कह रहे हैं कि हम लंगर लगाते हैं नैना देवी में, बहुत अच्छी बात है लंगर लगाना, और हमारे गुरु ने तो यही कहा है कि कृष्ण कर और मिल बंट कर छक। तो वो एक हमारा जो एक सिद्धांत है, उन गुरुओं के सिद्धांतों पर चल रहे हैं। लेकिन मैं इनको ये कह रहा हूँ कि 1980 से लेकर के 85-86 तक का जो पंजाब का कार्यकाल रहा है, एक आतंकवाद का, अलगाववाद का, हत्याओं का और जो निर्दोष लोगों को मारने का, वो कहीं दोबारा से खड़ा ना हो। क्योंकि पंजाब एक ऐसे बॉर्डर के साथ खड़ा हुआ स्टेट है जो अमन चैन चाहता है, और आज लोग अमन चैन के साथ वहाँ अपना जीवन बिता रहे हैं। लेकिन अगर कुछ अलगाववादी तत्व जो है ना वहाँ पर भाईचारा तोड़ने का प्रयास करेंगे तो इनका, चाहे एसजीपीसी है चाहे और जितने भी संगठन है हमारे, उनको इनकी निंदा करनी चाहिए। जैसे मैंने कहा कि पुन्नू का एक बयान जो आया है, आप लोगों ने भी शायद देखा होगा मीडिया में, उसने जो पंजाब की जो नई गवर्नमेंट है आपको, उनको सचेत किया है, सतर्क किया है कि हमने तुम्हें फंडिंग भी की है, तुम्हें वोटें भी दिलाई हैं और तुम्हारे बंदे भी जिताए हैं, तो इसलिए खालिस्तानियों का पूरा ध्यान रखा जाना चाहिए। इस पर हमारी थोड़ी चिंता है, तो मुझे यही कहना है। दलजीत सिंह पिंडर जी, आखिरी कमेंट ਤੁਹਾਡੇ ਵੱਲੋਂ ਹੈ। ਵੇਖੋ, ਜੇ ਕੋਈ ਅਲਗਾਵਵਾਦ ਦੀ ਗੱਲ ਕਰਦਾ ਜੀ, ਤੇ ਉਹਨੂੰ ਇਕੱਲੇ ਬੰਦੇ ਨੂੰ ਟਾਰਗੇਟ ਕਰ ਲੈਣਾ ਚਾਹੀਦਾ ਜੀ। ਇਹ ਸਾਰੀ ਸੰਗਤ ਨੂੰ ਨਾ ਜੀ ਇੱਕ ਰਸਤੇ ਨਾਲ ਬੰਨਿਆ ਜਾਏ। ਅਸੀਂ ਅਲਗਾਵਵਾਦ ਦੇ ਹੱਕ 'ਚ ਨਹੀਂ। ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਸਾਡਾ ਸਿੱਖਾਂ ਦਾ 90-92% ਯੋਗਦਾਨ ਰਿਹਾ, ਸਾਡੇ ਬਜ਼ੁਰਗਾਂ ਦਾ। ਤੇ ਇਹ ਹਿਮਾਚਲ ਸਾਡੇ ਤੋਂ ਵੱਖ ਨਹੀਂ, ਪੰਜਾਬ ਸਾਡੇ ਤੋਂ ਵੱਖ ਨਹੀਂ, ਹਰਿਆਣਾ ਸਾਡੇ ਤੋਂ ਵੱਖ ਨਹੀਂ, ਪੂਰਾ ਹਿੰਦੁਸਤਾਨ ਸਾਡੇ ਤੋਂ ਵੱਖ ਨਹੀਂ। ਅਸੀਂ ਸਾਰੇ ਹਿੰਦੁਸਤਾਨ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ। ਹਿੰਦੁਸਤਾਨ ਦੀ ਆਜ਼ਾਦੀ ਲਈ ਅਸੀਂ 90-92% ਕੁਰਬਾਨੀਆਂ ਦਿੱਤੀਆਂ। ਅਸੀਂ ਅਲਗਾਵਵਾਦ ਕਿਸੇ ਪਾਸੇ ਨਹੀਂ ਚਾਹੁੰਦੇ। ਅਸੀਂ ਤਾਂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਡੀ ਟਰਾਂਸਪੋਰਟ ਚੱਲਦੀ ਹੈ, ਤੇ ਜੇ ਵੱਖਰਾ ਕੋਈ ਮੁਲਕ ਬਣਦਾ ਤਾਂ ਅਸੀਂ ਉਸ ਦੇ ਵਿੱਚ ਉਹ ਵੱਖਰੀਆਂ ਛੋਟੀਆਂ ਗੱਲਾਂ ਰਹਿ ਜਾਂਦੀਆਂ, ਉਹ ਕਰਨੀਆਂ ਵੀ ਨਹੀਂ ਚਾਹੀਦੀਆਂ। ਪਰ ਮੈਂ ਕਹਿੰਦਾ ਕਿ ਜੇ ਹਿਮਾਚਲ ਦੇ ਵਿੱਚ ਆ ਕੇ ਕਿਸੇ ਕੋਈ ਇੱਕ ਪਾਰਟੀਕੂਲਰ ਬੰਦੇ ਨੇ ਕੋਈ ਵੱਧ ਘੱਟ ਗੱਲ ਕੀਤੀ ਹੋਵੇ ਤਾਂ ਉਹਨੂੰ ਇਕੱਲੇ ਬੰਦੇ ਨੂੰ ਟਾਰਗੇਟ ਕਰਨਾ ਚਾਹੀਦਾ, ਨਾ ਕਿ ਸਾਰੀ ਸਿੱਖ ਕੌਮ ਨੂੰ ਇੱਕ ਰਸਿਓਂ ਵੀ ਕਦੇ ਨਿਸ਼ਾਨ ਸਾਹਿਬ ਲਾਤੇ, ਕਦੇ ਕੁਝ ਹੋਰ ਕਰਤਾ। ਐਸੀਆਂ ਗੱਲਾਂ ਮੈਂ ਸਰਕਾਰ ਤੋਂ ਚਾਹੁੰਦਾ ਵੀ ਇਹਨਾਂ ਗੱਲਾਂ ਦੇ ਉੱਤੇ ਤੁਰੰਤ ਡੀਜੀਪੀ ਸਾਹਿਬ ਨੂੰ ਤੇ ਆਪਣੇ ਜਿਹੜੇ ਪੁਲਿਸ ਦੇ ਆਲਾ ਅਫਸਰ ਸਾਹਿਬਾਨ ਨੇ ਉਹਨਾਂ ਨੂੰ ਹਦਾਇਤ ਦਿੱਤੀ ਜਾਏ ਕਿ ਸੋ ਨਿਸ਼ਾਨ ਸਾਹਿਬ ਦਾ ਕਿਸੇ ਨੇ ਵੀ ਅਪਮਾਨ ਨਹੀਂ ਕੀਤਾ, ਬਲਕਿ ਮੁੱਖ ਮੰਤਰੀ ਜੀ ਨੇ ਇਹ ਕਿਹਾ ਕਿ ਵੀ ਅਸੀਂ ਨਿਸ਼ਾਨ ਸਾਹਿਬ ਦਾ सम्मान ਕਰਦੇ ਹਾਂ, ਲੇਕਿਨ ਜਿਹੜੇ ਅਲਗਾਵਵਾਦੀ ਝੰਡੇ ਆ ਉਹਨਾਂ ਨੂੰ ਅਸੀਂ ਸਵੀਕਾਰ ਨਹੀਂ ਕਰਾਂਗੇ। ਦੇਖੋ ਜੀ, ਅਲਗਾਵਵਾਦੀ ਝੰਡਾ ਤਾਂ ਹੈ ਕੋਈ ਨਹੀਂ, ਨਿਸ਼ਾਨ ਸਾਹਿਬ ਹੀ ਲਾ ਕੇ ਜਾਂਦੇ ਲੋਕ ਜੀ। ਔਰ ਉਹ ਵੀ ਵੈਸੇ ਨਿਸ਼ਾਨ ਸਾਹਿਬ ਵੀ ਲੋਕ ਤਾਂ ਲਾ ਕੇ ਚਲੇ ਜਾਂਦੇ ਵੀ ਸੋ ਦੈਟ ਪਤਾ ਰਹੇ ਵੀ ਆਹ ਬੰਦੇ ਯਾਤਰਾ ਤੇ ਚੱਲੇ ਆ। ਉਂਝ ਨਿਸ਼ਾਨ ਸਾਹਿਬ ਦਾ ਮੋਟਰਸਾਈਕਲ ਤੇ ਲਾਣਾ ਕੋਈ ਇੰਨਾ ਮੈਂ ਉਚਿਤ ਵੀ ਨਹੀਂ ਸਮਝਦਾ, ਕਿਉਂਕਿ ਨਿਸ਼ਾਨ ਸਾਹਿਬ ਇੱਕ ਬਹੁਤ ਪਵਿੱਤਰ ਤੇ ਮੁਕੱਦਸ ਚੀਜ਼ ਹੈ। ਇਹਦੇ ਲਈ ਪ੍ਰੋਪਰ ਸਥਾਨ ਤੇ ਵੀ ਲਗਾਇਆ ਜਾਣਾ ਚਾਹੀਦਾ। ਪਰ ਲੋਕ ਇਸ ਕਰਕੇ ਲਗਾ ਕੇ ਤੁਰ ਪੈਂਦੇ ਆ ਗੱਡੀਆਂ ਤੇ, ਕਾਰਾਂ ਤੇ, ਮੋਟਰਸਾਈਕਲਾਂ ਤੇ, ਵੀ ਲੋਕ ਆਇਡੈਂਟੀਫਾਈ ਕਰਨ ਵੀ ਆਹ ਲੋਕ ਮੱਥਾ ਟੇਕਣ ਚੱਲੇ ਆ। ਭਾਵੇਂ ਉਹ ਪੀਰ ਨਿਗਾਹੇ ਚੱਲੇ ਨੇ, ਭਾਵੇਂ ਮਾਤਾ ਚਿੰਤਪੁਰਨੀ ਦੇ ਚੱਲੇ ਨੇ, ਭਾਵੇਂ ਕੋਈ ਮਣੀਕਰਨ ਚੱਲਿਆ, ਭਾਵੇਂ ਕੋਈ ਅਨੰਦਪੁਰ ਸਾਹਿਬ ਜਾ ਰਿਹਾ। ਉਹ ਵੈਸੇ ਨਾ ਜਿਹੜੇ ਇਹ ਨਿਸ਼ਾਨ ਨੇ, ਭਾਵੇਂ ਮਾਤਾ ਦੇ ਨਿਸ਼ਾਨ ਨੇ, ਭਾਵੇਂ ਨਿਸ਼ਾਨ ਸਾਹਿਬ ਨੇ, ਇਹ ਲਾਉਣੇ ਹੀ ਪਵਿੱਤਰ ਥਾਂ ਤੇ ਔਰ ਬੜੀ ਉੱਚੀ ਤੇ ਸਤਿਕਾਰਤ ਥਾਂ ਤੇ ਲਾਉਣੇ ਚਾਹੀਦੇ ਆ। ਪਰ ਫਿਰ ਉਹਨੂੰ ਇਹ ਲੋਕਾਂ ਨੇ ਪਿੱਛੋਂ ਤੋਂ ਰਿਵਾਜ ਇੱਕ ਪਾ ਲਿਆ ਹੋਇਆ ਵੀ ਇਸ ਤਰ੍ਹਾਂ ਲਗਾ ਕੇ ਤੁਰ ਪੈਂਦੇ ਆ। ਪਰ ਜੇ ਲਾ ਕੇ ਤੁਰ ਪੈਂਦੇ ਆ ਤਾਂ ਕੋਈ ਗੱਲ ਨਹੀਂ, ਲਾ ਹੀ ਲਿਆ ਤਾਂ ਵੀ ਕੋਈ ਗੱਲ ਨਹੀਂ, ਇਸ ਦਾ ਫਿਰ ਵੀ ਸਨਮਾਨ ਹੋਣਾ ਬਹੁਤ ਜ਼ਰੂਰੀ ਹੈ। ਜੀ ਬਿਲਕੁਲ, ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਦਲਜੀਤ ਸਿੰਘ ਪਿੰਡਰ ਜੀ, ਐਸਜੀਪੀਸੀ ਮੈਂਬਰ। ਹਿਮਾਚਲ ਦੇ ਬੀਜੇਪੀ ਆਗੂ ਗਣੇਸ਼ ਦੱਤ ਵੀ ਸਾਡੇ ਨਾਲ ਜੁੜੇ। ਤੁਹਾਡਾ ਵੀ ਸ਼ੁਕਰੀਆ।